ਐਕਟੀਵਿਟੀਜ਼ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਲੈਕਚਰ 'ਚ ਦੱਸਿਆ ਸੀਗਾ। ਅੱਗੇ ਆਪਾਂ ਉਹਦੇ ਫਰਦਰ ਟਾਈਪਸ ਦੇਖਣੇ ਆ। ਬਿਜ਼ਨਸ ਬਾਰੇ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਆ। ਇਕਨੋਮਿਕ ਐਕਟੀਵਿਟੀਜ਼ ਦੇ 3 ਟਾਈਪਸ ਹੁੰਦੇ ਨੇ, ਇੰਪਲੋਇਮੈਂਟ, ਪ੍ਰੋਫੈਸ਼ਨ ਐਂਡ ਬਿਜ਼ਨਸ। ਬਿਜ਼ਨਸ ਦਾ ਮੀਨਿੰਗ, ਉਹਦੇ ਕੈਰੈਕਟਰਿਸਟਿਕਸ ਆਪਾਂ ਆਲਰੇਡੀ ਡਿਸਕਸ ਕਰ ਲਏ ਆ। ਆਪਾਂ ਅੱਜ ਇੰਪਲੋਇਮੈਂਟ ਤੋਂ ਸ਼ੁਰੂ ਕਰਦੇ ਹਾਂ। When a person render personal services to others under a contract employment, he is said to be employment। ਜਦੋਂ ਕੋਈ ਪਰਸਨ ਆਪਦੀਆਂ ਪਰਸਨਲ ਸੇਵਾਵਾਂ ਰੈਂਡਰ ਕਰਨਾ ਹੁੰਦਾ, ਦੇਣਾ ਮਤਲਬ ਆਪਦੀਆਂ ਸੇਵਾਵਾਂ ਕਿਸੇ ਦੂਜੇ ਪਰਸਨ ਨੂੰ ਦਿੰਦਾ ਕਿਸੇ ਇੱਕ ਰੁਜ਼ਗਾਰ ਦੇ ਕੰਟਰੈਕਟ ਦੇ ਅੰਡਰ, ਤਾਂ ਅਸੀਂ ਕਹਿੰਦੇ ਆ ਹੀ ਸੈਡ ਟੂ ਬੀ ਇਨ ਇੰਪਲੋਇਮੈਂਟ, ਮਤਲਬ ਉਹ ਪਰਸਨ ਰੁਜ਼ਗਾਰ ਕਰ ਰਿਹਾ। ਠੀਕ ਆ। ਸਰਵਿਸਿਜ਼ ਆਰ ਰੈਂਡਰਡ ਫॉर ਅਰਨਿੰਗ ਮਨੀ। ਜਿਹੜੀਆਂ ਵੀ ਉਹ ਸਰਵਿਸਿਜ਼ ਦੂਜੇ ਨੂੰ ਦੇ ਰਿਹਾ ਵਾ, ਕਾਹਦੇ ਲਈ ਦੇ ਰਿਹਾਗਾ? ਤਾਂ ਕਿ ਉਹਨੂੰ ਮਨੀ ਮਿਲ ਸਕੇ ਇਨ ਦਾ ਫਾਰਮ ਆਫ ਸੈਲਰੀ ਔਰ ਵੇਜਸ। ਸੈਲਰੀ ਅਤੇ ਵੇਜਸ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ, ਦੋਨਾਂ ਦੇ ਵਿੱਚ ਮਨੀ ਇਨਵੋਲਵ ਆ। ਬਟ ਫਰਕ ਕੀ ਆ? ਵੇਜਸ ਅਸੀਂ ਜਿਵੇਂ ਫੈਕਟਰੀ 'ਚ ਵਰਕਰ ਕੰਮ ਕਰਦੇ ਹਾਂ, ਉਹਨਾਂ ਨੂੰ ਦਿਹਾੜੀ ਦਿੰਦੇ ਹਾਂ ਡੇਲੀ ਬੇਸਿਸ 'ਤੇ ਜਾਂ 2 ਦਿਨ ਬਾਅਦ, ਤਾਂ ਉਹ ਹੈਗੀ ਵੇਜਸ। ਸੈਲਰੀ ਹੁੰਦੀ ਹੈ ਜਿਹੜੀ ਮੋਸਟਲੀ ਮਹੀਨੇ ਬਾਅਦ ਦਿੱਤੀ ਜਾਂਦੀ ਹੈ ਕਿਸੇ ਪਰਸਨ ਨੂੰ ਕੰਮ ਕਰਨ ਲਈ। ਦ ਇੰਪਲੋਈਜ਼ ਮੇ ਬੀ ਇਨ ਪ੍ਰਾਈਵੇਟ ਔਰ ਗਵਰਨਮੈਂਟ ਔਰਗਨਾਈਜੇਸ਼ਨ। ਜਿਹੜਾ ਉਹ ਕੰਮ ਕਰਨ ਵਾਲਾ ਪਰਸਨ ਆ, ਇੰਪਲੋਈ ਆ, ਉਹ ਸਰਕਾਰੀ ਸੰਸਥਾ ਦਾ ਵੀ ਮੈਂਬਰ ਹੋ ਸਕਦਾ ਕਿਤੇ, ਜਾਂ ਕਿਤੇ ਪ੍ਰਾਈਵੇਟ ਔਰਗਨਾਈਜੇਸ਼ਨ ਦੇ ਵਿੱਚ ਕੰਮ ਕਰਦਾ ਹੋ ਸਕਦਾ। ਅੱਗੇ ਹੈ ਇਹਦੇ ਫੀਚਰਸ। ਹੁਣ ਇਹਦੀ ਮੇਨ ਕੈਰੈਕਟਰਿਸਟਿਕਸ ਕੀ ਨੇ ਇੰਪਲੋਇਮੈਂਟ ਦੇ? ਇੰਪਲੋਈਜ਼ ਰੈਂਡਰ ਪਰਸਨਲ ਸਰਵਿਸਿਜ਼ ਅੰਡਰ ਐਨ ਅਗਰੀਮੈਂਟ ਆਫ ਇੰਪਲੋਇਮੈਂਟ। ਆਪਾਂ ਪਹਿਲਾਂ ਉੱਪਰ ਵੀ ਪੜ੍ਹਿਆ ਪਹਿਰੇ ਦੇ ਵਿੱਚ ਕਿ ਇਹਦੇ ਵਿੱਚ ਜਿਹੜੇ ਇੰਪਲੋਈਜ਼ ਨੇ ਆਪਦੀਆਂ ਪਰਸਨਲ ਸੇਵਾਵਾਂ ਦਿੰਦੇ ਨੇ ਇੱਕ ਅਗਰੀਮੈਂਟ ਦੇ, ਇੱਕ ਸਮਝੌਤੇ ਦੇ ਅੰਡਰ। ਠੀਕ ਆ। ਦ ਇੰਪਲੋਈਜ਼ ਗੈਟ ਸੈਲਰੀਜ਼ ਔਰ ਵੇਜਸ ਫॉर ਦ ਸਰਵਿਸਿਜ਼ ਰੈਂਡਰ ਟੂ ਦ ਆਰਗੇਨਾਈਜੇਸ਼ਨ। ਜਿਹੜੀਆਂ ਵੀ ਉਹ ਕਿਸੇ ਸੰਸਥਾ ਨੂੰ ਆਪਦੀਆਂ ਸੇਵਾਵਾਂ ਦੇ ਰਹੇ ਆ, ਉਹਦੇ ਬਦਲੇ ਉਹਨਾਂ ਨੂੰ ਕੀ ਮਿਲਦਾ ਵਾ? ਸੈਲਰੀ ਜਾਂ ਵੇਜਸ ਮਿਲਦੀਆਂ ਨੇ। ਠੀਕ ਆ। ਐਨ ਇੰਪਲੋਈ ਇਜ਼ ਨਾਟ ਰਿਕੁਆਇਰਡ ਟੂ ਇਨਵੈਸਟ ਕੈਪੀਟਲ ਇਨ ਦ ਆਰਗੇਨਾਈਜੇਸ਼ਨ। ਜਿਹੜਾ ਵੀ ਪਰਸਨ ਕਿਸੇ ਸੰਸਥਾ ਦੇ ਵਿੱਚ ਕੰਮ ਕਰਦਾ, ਉਹਨੂੰ ਉੱਥੇ ਕੋਈ ਪੈਸਾ ਇਨਵੈਸਟ ਕਰਨ ਦੀ ਜਾਂ ਕੋਈ ਪੈਸਾ ਵਿੱਚ ਉੱਥੇ ਲਗਾਉਣ ਦੀ ਬਿਜ਼ਨਸ ਦੇ ਵਿੱਚ ਉੱਥੇ ਲੋੜ ਨਹੀਂ ਹੈ। ਜਿਹੜੀ ਆਰਗੇਨਾਈਜੇਸ਼ਨ 'ਚੋਂ ਕੰਮ ਕਰਦਾ ਜਸਟ ਉੱਥੇ ਕੰਮ ਕਰਨ ਲਈ ਗਿਆ ਵਾ। ਠੀਕ ਆ। ਦ ਇੰਪਲੋਈ ਹੈਜ਼ ਟੂ ਵਰਕ ਐਜ਼ ਪਰ ਦ ਡਿਊਟੀਜ਼ ਅਸਾਈਨ ਟੂ ਹਿਮ ਬਾਏ ਦ ਇੰਪਲੋਇਰ। ਇਹਦੇ ਵਿੱਚ ਜਿਹੜਾ ਇੱਕ ਇੰਪਲੋਈ ਆ, ਦੇਖੋ ਇਹਦੇ ਵਿੱਚ ਦੋਨਾਂ ਦਾ ਮੀਨਿੰਗ ਸਮਝ ਲਓ। ਇੰਪਲੋਈ ਹੁੰਦਾ ਕੰਮ ਕਰਨ ਵਾਲਾ, ਇੰਪਲੋਇਰ ਹੁੰਦਾ ਜਿਹਨੇ ਉਹਨੂੰ ਕੰਮ ਦਿੱਤਾ ਵਾ। ਠੀਕ ਆ। ਤਾਂ ਇੱਥੇ ਜਿਹੜਾ ਇੰਪਲੋਈ ਆ, ਉਹਨੇ ਜਿਵੇਂ ਉਹਨੂੰ ਡਿਊਟੀਜ਼ ਅਸਾਈਨ ਮਤਲਬ ਵੰਡੀਆਂ ਹੋਈਆਂ, ਜਿਵੇਂ ਉਹਨੂੰ ਡਿਊਟੀਜ਼ ਵੰਡੀਆਂ ਹੋਈਆਂ ਮਿਲੀਆਂ ਨੇ ਕਿਹਦੇ ਦੁਆਰਾ? ਇੰਪਲੋਇਰ ਦੁਆਰਾ। ਤਾਂ ਉਹਨੇ ਉਸੇ ਤਰੀਕੇ ਨਾਲ ਕੰਮ ਕਰਨਾ ਹੁੰਦਾ। ਠੀਕ ਆ। The employee will have to follow all the rules and regulations laid down by the employer। ਤਾਂ ਇੰਪਲੋਈ ਨੇ ਜਿੰਨੇ ਰੂਲ ਰੈਗੂਲੇਸ਼ਨ ਉਹਦੇ ਇੰਪਲੋਇਰ ਨੇ ਬਣਾਏ ਉਹ ਸਾਰੇ ਫੋਲੋ ਕਰਨੇ ਹੁੰਦੇ ਆ। No standard qualifications are required for getting employment। It depends upon the nature of a particular job। ਇੱਕ ਪਰਟੀਕੂਲਰ ਜੋਬ ਦੇ ਲਈ ਕੀ ਸਾਡੀ ਪੜ੍ਹਾਈ ਕੀਤੀ ਹੋਣੀ ਚਾਹੀਦੀ ਹੈ, ਇਹ ਡਿਪੈਂਡ ਕਰਦਾ। ਹਰ ਇੱਕ ਜਗ੍ਹਾ ਇੰਪਲੋਇਮੈਂਟ ਲੈਣ ਦੇ ਲਈ ਜਿਹੜੀ ਪੜ੍ਹਾਈ ਆ ਉਹ ਜ਼ਰੂਰੀ ਨਹੀਂ ਹੈ। ਠੀਕ ਆ। ਡਿਪੈਂਡ ਕਰਦੇ ਜੋਬ ਕਿਹੜੀ ਆ। ਨੈਕਸਟ ਆਪਣਾ ਟੌਪਿਕ ਹੈਗਾ ਵਾ ਪ੍ਰੋਫੈਸ਼ਨ। ਪ੍ਰੋਫੈਸ਼ਨ ਹੁੰਦਾ ਕੋਈ ਕਿੱਤਾ। ਅ ਪ੍ਰੋਫੈਸ਼ਨ ਇਜ਼ ਐਨ ਆਕੂਪੇਸ਼ਨ ਵੇਅਰ ਇਨ ਅ ਪਰਸਨ ਰੈਂਡਰ ਪਰਸਨਲ ਸਰਵਿਸਿਜ਼ ਆਫ ਸਪੈਸ਼ਲਾਈਜ਼ਡ ਨੇਚਰ ਔਨ ਦ ਬੇਸਿਸ ਆਫ ਅ ਪ੍ਰੋਫੈਸ਼ਨਲ ਨੌਲੇਜ, ਐਜੂਕੇਸ਼ਨ ਐਂਡ ਟ੍ਰੇਨਿੰਗ। ਪ੍ਰੋਫੈਸ਼ਨ ਇੱਕ ਇਸ ਤਰ੍ਹਾਂ ਦਾ ਕਿੱਤਾ ਹੁੰਦਾ ਵਾ ਜਿਹਦੇ ਵਿੱਚ ਇੱਕ ਪਰਸਨ ਆਪਦੀਆਂ ਪਰਸਨਲ ਸੇਵਾਵਾਂ ਦਿੰਦਾ ਵਾ, ਪਰ ਉਹ ਸਰਵਿਸਿਜ਼ ਜਿਹੜੀਆਂ ਦਿੰਦਾ ਉਹ ਇੱਕ ਸਪੈਸ਼ਲਾਈਜ਼ਡ ਨੇਚਰ ਦੀਆਂ ਹੁੰਦੀਆਂ ਨੇ, ਜਿਹੜੀਆਂ ਸਿਰਫ ਤੇ ਸਿਰਫ ਉਹਨੂੰ ਹੀ ਪਤਾ, ਮਤਲਬ ਉਹਦੇ ਵਿੱਚ ਉਹ ਸਪੈਸ਼ਲਿਟੀ ਹੁੰਦੀ ਆ। ਜਿਵੇਂ ਮੰਨ ਲਓ ਪ੍ਰੋਫੈਸ਼ਨਲ ਨੌਲੇਜ, ਕਿਸੇ ਪਰਸਨ ਦੇ ਕੋਲ ਇੱਕ ਸਪੈਸੀਫਿਕ ਜਾਣਕਾਰੀ ਹੋਵੇ ਜਿਹੜੀ ਦੂਜਿਆਂ ਕੋਲ ਨਾ ਹੋਵੇ, ਉਹਦੇ ਨਾਲ ਰਿਲੇਟਡ ਉਹਨੇ ਪ੍ਰੋਫੈਸ਼ਨਲ ਸਟੱਡੀ ਕੀਤੀ ਹੋਵੇ, ਉਹਨੇ ਉਸੇ ਫੀਲਡ 'ਚ ਟ੍ਰੇਨਿੰਗ ਲਈ ਹੋਵੇ। ਠੀਕ ਆ। A professional fee is charged from the client for rendering specialized services। ਜਿਹੜਾ ਇੱਕ ਪ੍ਰੋਫੈਸ਼ਨਲ ਪਰਸਨ ਹੁੰਦਾ ਉਹ ਫੀਸ ਲੈਂਦਾ ਵਾ ਆਪਦੇ ਕਲਾਇੰਟਸ ਤੋਂ ਜਿਹੜੇ ਉਹਦੇ ਕੋਲ ਹੈਲਪ ਲਈ ਆਉਂਦੇ ਆ। ਤਾਂ ਕਾਹਦੀ ਫੀਸ ਲੈਂਦਾ? ਕਿਉਂਕਿ ਆਪਦੀਆਂ ਇੱਕ ਸਪੈਸ਼ਲਾਈਜ਼ਡ ਮਤਲਬ ਇੱਕ ਡਿਫਰੈਂਟ ਤਰ੍ਹਾਂ ਦੀਆਂ ਜਿਹੜੀਆਂ ਸਰਵਿਸਿਜ਼ ਆ ਉਹ ਉਹਨਾਂ ਨੂੰ ਦੇ ਰਿਹਾ ਵਾ। The professionals are the members of professional bodies, associations, and the activities of such professionals are subject to code of conduct laid down by those bodies। ਜਿਹੜੇ ਪ੍ਰੋਫੈਸ਼ਨਲ ਲੋਕ ਹੁੰਦੇ ਨੇ ਇਹਨਾਂ ਦੇ ਉੱਪਰ ਪ੍ਰੋਫੈਸ਼ਨਲ ਬੋਡੀਜ਼ ਜਾਂ ਐਸੋਸੀਏਸ਼ਨ ਜਾਂ ਸੰਸਥਾਵਾਂ ਬਣੀਆਂ ਹੁੰਦੀਆਂ ਨੇ ਜਿਹੜੀਆਂ ਕੀ ਕਰਦੀਆਂ ਨੇ, ਇਹਨਾਂ ਦੇ ਲਈ ਇੱਕ ਕੋਡ ਆਫ ਕੰਡਕਟ ਰੱਖਦੀਆਂ ਨੇ। ਕੋਡ ਆਫ ਕੰਡਕਟ ਹੁੰਦਾ ਰੂਲਸ ਐਂਡ ਰੈਗੂਲੇਸ਼ਨਸ, ਮਤਲਬ ਕੀ ਕਰਨਾ ਇਹਨਾਂ ਨੇ ਤੇ ਕੀ ਨਹੀਂ ਕਰਨਾ। ਠੀਕ ਆ। ਤਾਂ ਇਹ ਪ੍ਰੋਫੈਸ਼ਨਲ ਲੋਕਾਂ ਨੂੰ ਉਹਨਾਂ ਦੇ ਰੂਲ ਰੈਗੂਲੇਸ਼ਨ ਮੰਨਣੇ ਪੈਂਦੇ ਆ। ਹੁਣ ਇਹਦੀ ਐਗਜ਼ਾਮਪਲ ਦੇਖ ਲਓ। ਅ ਲਾਇਰ ਇਜ਼ ਅਗੇਂਸਟ ਇਨ ਲੀਗਲ ਪ੍ਰੋਫੈਸ਼ਨ ਐਂਡ ਇਜ਼ ਸਬਜੈਕਟ ਟੂ ਰੈਗੂਲੇਸ਼ਨਸ ਆਫ ਬਾਰ ਕਾਊਂਸਲ ਆਫ ਇੰਡੀਆ। ਇੱਕ ਵਕੀਲ ਆ,
ਉਹ ਇੱਕ ਕਾਨੂੰਨੀ ਕਿੱਤੇ ਦੇ ਵਿੱਚ ਆ, ਲੀਗਲ ਪ੍ਰੋਫੈਸ਼ਨ ਦੇ ਵਿੱਚ ਆ, ਠੀਕ ਆ। ਤਾਂ ਉਹਨੇ ਕਿਹਦੇ ਰੂਲ ਰੈਗੂਲੇਸ਼ਨ ਮੰਨੇ ਆ? ਬਾਰ ਕਾਉਂਸਲ ਆਫ ਇੰਡੀਆ ਦੇ। ਸਿਮਿਲਰਲੀ ਆ ਚਾਰਟਰਡ ਅਕਾਊਂਟੈਂਟ ਇਜ਼ ਅਗੇਂਸਟ in accounting profession and is subject to regulations of Institute of Chartered Accountants of India। ਹੁਣ ਇਹਦੇ ਵਿੱਚ ਧਿਆਨ ਨਾਲ ਦੇਖੋ ਵੀ ਜੇ ਕੋਈ ਪਰਸਨ ਹੈ ਚਾਰਟਰਡ ਬਣਿਆ ਤਾਂ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਨਾਂ ਦੀ ਇੱਕ ਸੰਸਥਾ ਵਾ, ਉਹਦੇ ਰੂਲ ਉਹਨੇ ਫੋਲੋ ਕਰਨੇ ਆ, ਠੀਕ ਆ। ਨੈਕਸਟ ਹੈ ਇਹਦੇ ਫੀਚਰਸ। ਹੁਣ ਇੱਕ ਦੇ ਕੀ ਫੀਚਰਸ ਹੁੰਦਾ? ਅ ਪਰਸਨ ਸ਼ੁੱਡ ਹੈਵ ਸਪੈਸ਼ਲਾਈਜ਼ਡ ਨੌਲੇਜ ਐਂਡ ਟ੍ਰੇਨਿੰਗ ਪ੍ਰੈਸਕ੍ਰਾਈਬਡ ਫॉर ਐਂਟਰਿੰਗ ਆ ਪਰਟੀਕੂਲਰ ਪ੍ਰੋਫੈਸ਼ਨ। ਇਹਦੇ ਵਿੱਚ ਕੀ ਆ? ਇੱਕ ਪਰਸਨ ਕੋਲੇ ਇੱਕ ਵੱਖਰੀ ਤਰ੍ਹਾਂ ਦੀ ਨੌਲੇਜ, ਇੱਕ ਉਸ ਤਰ੍ਹਾਂ ਵੱਖਰੀ ਤਰ੍ਹਾਂ ਦੀ ਟ੍ਰੇਨਿੰਗ ਕੀਤੀ ਹੋਈ ਹੋਣੀ ਚਾਹੀਦੀ ਹੈ, ਤਾਂ ਹੀ ਉਹ ਇੱਕ ਪ੍ਰੋਫੈਸ਼ਨ ਦੇ ਵਿੱਚ ਐਂਟਰ ਹੋ ਸਕਦਾ। ਫॉर एग्जाम्पल फॉर एंटरिंग इनटू अ मैडिकल प्रोफैशन अ परसन मस्ट हैव अ प्रोफैशनल डिग्री ऑफ MBBS। ਹੁਣ ਸਪੋਜ਼ ਕਰ ਲਓ ਕਿਸੇ ਨੇ ਡਾਕਟਰ ਬਣਨਾ, ਪਹਿਲਾਂ +1 +2 ਮੈਡੀਕਲ ਕਰੂਗਾ, ਫਿਰ ਉਹ ਉਸ ਤੋਂ ਬਾਅਦ ਐਗਜ਼ਾਮ ਦਊਗਾ, ਠੀਕ ਆ। ਤੇ PMT ਦਾ ਟੈਸਟ ਵਗੈਰਾ ਹੁੰਦਾ ਵਾ, ਤੇ ਪ੍ਰੀ ਮੈਡੀਕਲ ਟੈਸਟ ਜਿਹਨੂੰ ਕਹਿੰਦੇ ਆ, ਫਿਰ ਉਸ ਤੋਂ ਬਾਅਦ ਉਹ MBBS ਕਰੂਗਾ, ਫਿਰ ਹੀ ਉਹ ਮੈਡੀਕਲ ਪ੍ਰੋਫੈਸ਼ਨ 'ਚ ਆ ਸਕਦਾ। ਤਾਂ ਮਤਲਬ ਉਹਦੀ ਜਿਹੜੀ ਸਪੈਸ਼ਲਾਈਜ਼ਡ ਨੌਲੇਜ ਆ, ਇਹ ਕੋਈ ਆਰਟਸ ਵਾਲਾ ਸਟੂਡੈਂਟ ਜਾਂ ਕਮਰਸ ਵਾਲਾ MBBS ਨਹੀਂ ਕਰ ਸਕਦਾ, ਠੀਕ ਆ। Fees is charged from the clients for providing personal services by the professionals। ਜਿਹੜੀ ਵੀ ਆਪਦੀ ਇੱਕ ਸਰਵਿਸ ਇੱਕ ਪ੍ਰੋਫੈਸ਼ਨਲ ਦੂਜੇ ਨੂੰ ਦੇ ਰਿਹਾ ਵਾ, ਤਾਂ ਉਹਦੇ ਰਿਟਰਨ ਦੇ ਵਿੱਚ ਉਹ ਕੀ ਲੈ ਰਿਹਾ ਵਾ? ਉੱਥੋਂ ਫੀਸ ਚਾਰਜ ਕਰ ਰਿਹਾ, ਠੀਕ ਆ। ਐਵਰੀ ਮੈਂਬਰ ਮਸਟ ਹੈਵ ਟੂ ਫੋਲੋ ਦਾ ਕੋਡ ਆਫ ਕੰਡਕਟ ਆਫ ਦਾ ਪ੍ਰੋਫੈਸ਼ਨਲ ਬੋਡੀ। ਜਿੰਨੇ ਵੀ ਇਹਦੇ ਮੈਂਬਰ ਹੁੰਦੇ ਆ, ਮਤਲਬ ਪ੍ਰੋਫੈਸ਼ਨਲ ਕਿੱਤੇ ਦੇ ਵਿੱਚ ਜਿਹੜੇ ਲੋਕ ਹੈਗੇ ਆ ਜਾਂ ਜਿਹੜੇ ਪ੍ਰੋਫੈਸ਼ਨਲ ਲੋਕ ਹੁੰਦੇ ਨੇ, ਇਹਨਾਂ ਨੇ ਕੀ ਕਰਨਾ ਹੁੰਦਾ? ਜਿਹੜੀਆਂ ਇਹਨਾਂ ਦੇ ਉੱਪਰ ਬੋਡੀਜ਼ ਬਣਾਈਆਂ ਨੇ ਜਾਂ ਸੰਸਥਾਵਾਂ ਬਣਾਈਆਂ ਨੇ, ਉਹਨਾਂ ਦੇ ਰੂਲ ਰੈਗੂਲੇਸ਼ਨ ਇਹਨਾਂ ਨੇ ਫੋਲੋ ਕਰਨੇ ਮਸਟ ਹੁੰਦੇ ਆ। ਹੁਣ ਜਿਵੇਂ ਸਪੋਜ਼ ਕਰ ਲਓ ਇੱਕ ਡਾਕਟਰ ਆ, ਹੁਣ ਡਾਕਟਰਸ ਦੇ ਲਈ ਬਹੁਤ ਸਾਰੇ ਰੂਲ ਰੈਗੂਲੇਸ਼ਨਸ ਹੁੰਦੇ ਆ, ਜਿਵੇਂ ਫੀਮੇਲ ਫਿਊਟੀਸਾਈਡ ਆ, ਮਤਲਬ ਭਰੂਣ ਹੱਤਿਆ ਵਾ, ਉਹ ਨਹੀਂ ਕਰਨਾ, ਠੀਕ ਆ। ਮਤਲਬ ਜੇ ਕੋਈ ਡਾਕਟਰ ਉੱਦਾਂ ਕਰਦਾ ਪਾਇਆ ਜਾਂਦਾ ਤਾਂ ਉਹਦਾ ਲਾਇਸੈਂਸ ਕੈਂਸਲ ਹੋ ਜਾਂਦਾ, ਠੀਕ ਆ। ਐਡਵਰਟਾਈਜ਼ਮੈਂਟ ਆਫ ਪ੍ਰੋਫੈਸ਼ਨ ਇਜ਼ ਰਿਸਟ੍ਰਿਕਟਡ ਬਾਏ ਦਾ ਪ੍ਰੋਫੈਸ਼ਨਲ ਬੋਡੀਜ਼। ਕੋਈ ਵੀ ਪਰਸਨ ਜਿਹੜਾ ਇੱਕ ਪ੍ਰੋਫੈਸ਼ਨਲ ਕਿੱਤੇ ਦੇ ਵਿੱਚ ਹੈਗਾ ਵਾ, ਉਹ ਆਪਦੇ ਕਿੱਤੇ ਦੀ ਜਾਂ ਆਪਦੇ ਪ੍ਰੋਫੈਸ਼ਨ ਦੀ ਐਡ ਨਹੀਂ ਦੇ ਸਕਦਾ, ਉਹਦੀ ਮਸ਼ਹੂਰੀ ਨਹੀਂ ਕਰ ਸਕਦਾ, ਠੀਕ ਆ। ਬਿਫੋਰ ਐਂਟਰਿੰਗ ਇਨਟੂ ਅ ਪ੍ਰੋਫੈਸ਼ਨ ਹੈਵ ਟੂ ਬਿਕਮ ਦਾ ਮੈਂਬਰ ਆਫ ਦਾ ਪ੍ਰੋਫੈਸ਼ਨਲ ਬੋਡੀ। ਨੇ ਜੇ ਕਿਸੇ ਪ੍ਰੋਫੈਸ਼ਨ ਦੇ ਵਿੱਚ ਐਂਟਰ ਹੋਣਾ ਵਾ, ਤਾਂ ਉਹ ਇੱਕ ਪ੍ਰੋਫੈਸ਼ਨਲ ਬੋਡੀ ਦਾ ਮੈਂਬਰ ਬਣਨਾ ਕੰਪਲਸਰੀ ਆ। ਇਹਦੇ ਵਿੱਚ ਹੁਣ ਤੁਸੀਂ ਅੱਗੇ ਜਿਹੜੀ ਆ ਇਹਨਾਂ ਨੇ ਇੱਕ ਸੈਕਟਰੀ ਦੀ ਐਗਜ਼ਾਮਪਲ ਲਈ ਆ, ਤੁਸੀਂ ਇਹਦੀ ਬਜਾਏ ਨੀਚੇ ਵਾਲੀ ਐਗਜ਼ਾਮਪਲਸ ਦੇ ਵਿੱਚੋਂ 2 ਜਾਂ 3 ਐਗਜ਼ਾਮਪਲਸ ਕੋਟ ਕਰ ਸਕਦੇ ਹੋ। ਜਿਵੇਂ ਮੈਡੀਕਲ ਪ੍ਰੋਫੈਸ਼ਨ 'ਚ ਕਿਸੇ ਨੇ ਜਾਣਾ ਤਾਂ ਮੈਡੀਕਲ ਕਾਉਂਸਲ ਆਫ ਇੰਡੀਆ, ਕਿਸੇ ਨੇ ਲੀਗਲ ਪ੍ਰੋਫੈਸ਼ਨ ਦੇ ਵਿੱਚ ਜਾਣਾ ਵਾ ਤਾਂ ਬਾਰ ਕਾਉਂਸਲ ਆਫ ਇੰਡੀਆ, ਮਤਲਬ ਵਕੀਲ ਵਗੈਰਾ ਬਣਨਾ ਵਾ। ਤਾਂ ਇਹ ਸਾਰੀਆਂ ਉਹਨਾਂ ਦੀ ਪ੍ਰੋਫੈਸ਼ਨਲ ਬੋਡੀਜ਼ ਨੇ ਜਿਹੜੀਆਂ ਇਹਨਾਂ ਲਈ ਰੂਲ ਸੈੱਟ ਕਰਦੀਆਂ ਨੇ ਵੀ ਤੁਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ, ਠੀਕ ਆ ਜੀ।